ਜਿਹੜੇ ਟਰੱਕਿੰਗ ਤੋਂ ਬਾਹਰ ਦੇ ਬੰਦੇ ਨੇ ਉਹਨਾਂ ਦੇ ਸਮਝਣ ਵਾਸਤੇ ਹੈ ਕਿ ਟਰੱਕਰ ਹੈ ਜੇ 14 ਘੰਟੇ ਕੰਮ ਕਰਦਾ ਸੀ ਹਾਂਜੀ ਤੇ ਕਾਗਜ਼ਾਂ 'ਚ ਦਿਖਾ ਹੀ ਦਿੰਦਾ ਸੀ ਮੈਂ ਤਾਂ 8 ਘੰਟੇ ਕੀਤਾ। ਡਰਾਈਵਰਸ ਜਿਵੇਂ ਹੁਣ ਆਪਣੇ ਮੈਂ ਬਹੁਤ ਸਾਰੀ ਜਗ੍ਹਾ ਤੇ ਦੇਖਦਾ ਕਿ ਉਹ ELD ਨੂੰ ਅਨਪਲੱਗ ਕਰ ਦਿੰਦੇ ਨੇ ਤੇ ਉਹ ਚਲਾ ਲੈਂਦੇ ਨੇ, ਤੇ ਉਹ ਅਨਪਲੱਗ ਕਰਕੇ ਜਦੋਂ ਚਲਾ ਲੈਂਦੇ ਨੇ ਜਿਹੜੇ ਮਿਸਿੰਗ ਕਿਲੋਮੀਟਰਸ ਨੇ ਨਾ ਉਹ ELD ਪਿਕ ਕਰਦੀ ਹੈ। ਇਹ ਉਸੇ ਤਰ੍ਹਾਂ ਦੀ ਗੱਲ ਹੈ ਕਿ ਕੋਈ ਬੰਦਾ ਅੱਜ ਕਹੇ ਜੀ ਮੈਂ ਬਿਨਾਂ ਇੰਸ਼ੋਰੈਂਸ ਤੋਂ ਵੀ ਗੱਡੀ ਚਲਾ ਹੀ ਰਿਹਾ, ਹਾਂਜੀ ਚਲਾ ਰਿਹਾ ਠੀਕ ਆ, ਅੱਜ ਨਹੀਂ ਫਸਿਆ ਪਰ ਜਿੱਦਣ ਫਸਿਆ ਹੋ ਬਿਲਕੁਲ ਸਾਰੇ ਹਿਸਾਬ ਕਿਤਾਬ ਬਰਾਬਰ ਹੋ ਜਾਣਗੇ ਹੋ ਸਕਦੇ। ਸੋ ਇੱਕ ਗੱਲ ਤੇ ਪੱਕੀ ਹੈ ਕਿਉਂਕਿ ਜਿਹੜਾ ਪੁਰਾਣਾ ਹੁਣ ਤੱਕ ਦਾ ਚੱਲਿਆ ਆ ਰਿਹਾ ਮਾਡਲ ਹੈ ਉਹ ਬੇਸਡ ਹੀ ਉਸ ਚੀਜ਼ ਤੇ ਸੀਗਾ ਕਿ ਟਰੱਕਰ ਤੋਂ ਕਿੰਨੇ ਮਰਜ਼ੀ ਆਵਰ ਲਵਾ ਲਓ, ਮੋਸਟ ਆਫ ਦਾ ਟਾਈਮ ਟਰੱਕਰ ਵੀ ਇਸ ਗੱਲ ਲਈ ਤਿਆਰ ਨਹੀਂ ਸਾਨੂੰ ਤੁਸੀਂ ਆਵਰ ਦਿਓ, ਸਾਨੂੰ ਨਾ ਆਪਣੀ ਸਿਹਤ ਦੀ ਪਰਵਾਹ ਹੈ, ਨਾ ਸਾਨੂੰ ਖਾਣੇ ਦੀ ਪਰਵਾਹ ਹੈ, ਨਾ ਸਾਨੂੰ ਕਿਸੇ ਹੋਰ ਚੀਜ਼ ਦੀ ਪਰਵਾਹ ਹੈ। ਗੱਲਬਾਤ ਕਰਨ ਲਈ ਸਾਡੇ ਨਾਲ ਸਟੂਡੀਓ 'ਚ ਪਰਮਵੀਰ ਭੁੱਲਰ ਨੇ ਜਿਹੜੇ ਕਿ ਨੈਟਵਰਕ ਇੰਜੀਨੀਅਰ ਨੇ ਤੇ ਨਾਲੋਂ ਨਾਲ ਜਿਹੜੀ ਇਹ ELD ਟੈਕਨੋਲੋਜੀ ਹੈ ਇਹਨੂੰ ਬੜਾ ਇਹਨਾਂ ਨੇ ਨੇੜਿਓਂ ਸਟੱਡੀ ਕੀਤਾ, ਇਸ ਦੇ ਉੱਤੇ ਕੰਮ ਕੀਤਾ ਤੇ ਨਾਲ ਟਰੱਕਿੰਗ ਇੰਡਸਟਰੀ ਨਾਲ ਵੀ ਇਹਨਾਂ ਦਾ ਵਾਹ ਰਹਿੰਦਾ। ਸੋ ਇਹਨਾਂ ਬਾਰੇ ਅਸੀਂ ਇਹਨਾਂ ਨਾਲ ਗੱਲ ਕਰਾਂਗੇ ELD ਜਿਹੜੀ ਟੈਕਨੋਲੋਜੀ ਹੈ ਕੀ ਤੇ ਇਹਦਾ ਇੰਪੈਕਟ ਕੀ ਪੈ ਰਿਹਾ, ਕਿਸ ਤਰ੍ਹਾਂ ਇੰਡਸਟਰੀ ਨੂੰ ਇਹ ਬਦਲ ਰਹੀ ਹੈ ਜਾਂ ਬਦਲ ਸਕਦੀ ਹੈ, ਚੰਗੇ ਜਾਂ ਮਾੜੇ ਦੋਵੇਂ ਜਿਹੜੇ ਇਹਦੇ ਪੱਖ ਨੇ। ਪਰਮਵੀਰ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਹਾਂਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ। ਅਤੇ ਪਹਿਲਾਂ ਤਾਂ ਕਿਉਂਕਿ ਸੁਣਨ ਵਾਲਿਆਂ 'ਚ ਬਹੁਤ ਵੱਡਾ ਹਿੱਸਾ ਇਹੋ ਜਿਹਾ ਵੀ ਹੋਏਗਾ ਜਿਹੜੇ ਟਰੱਕਿੰਗ ਇੰਡਸਟਰੀ ਨਾਲ ਨਹੀਂ ਸੰਬੰਧਿਤ ਅਤੇ ਉਹਨਾਂ ਨੂੰ ਬਿਲਕੁਲ ਨਹੀਂ ਪਤਾ ਹੋਏਗਾ ਕਿ ਇਹਦਾ ਕੀ ਮਤਲਬ ਹੈ। ਹਾਂਜੀ ਥੋੜ੍ਹਾ ਜਿਹਾ ਐਕਸਪਲੇਨ ਕਰੋ ਕਿ ਅਸਲ ਦੇ 'ਚ ELD ਹੈ ਕੀ ਅਤੇ ਕਿਉਂ ਇਹਦੀ ਜ਼ਰੂਰਤ ਪਈ। ਹਾਂਜੀ ELD ਦੀ ਜਿਹੜੀ ਫੁੱਲ ਫਾਰਮ ਉਹ ਇਲੈਕਟ੍ਰੋਨਿਕ ਲੌਗਿੰਗ ਡਿਵਾਈਸਿਸ ਹੈ ਜੀ। ਇੱਕ ਬਹੁਤ ਛੋਟੀ ਜਿਹੀ ਡਿਵਾਈਸ ਹੈ ਜਿਹੜੀ ਕਿਸੇ ਵੀ ਟਰੱਕ ਜਾਂ ਕਿਸੇ ਵੀ ਮੂਵਿੰਗ ਵਹੀਕਲ ਦੇ OBD ਪੋਰਟ ਨੂੰ ਜਾ ਕੇ ਲੱਗਦੀ ਹੈ ਜਿੱਥੋਂ ਆਪਾਂ ਡੇਟਾ ਪਿਕ ਕਰ ਸਕਦੇ ਹਾਂ। ਉਹਦੇ 'ਚ ਇੰਜਨ ਆਵਰਸ ਹੋ ਸਕਦੇ, ਇੰਜਨ ਦਾ ਸਟੇਟਸ ਹੋ ਸਕਦਾ, ਇਗਨੀਸ਼ਨ ਰਨਿੰਗ ਆ ਨਹੀਂ ਹੈ, ਇੰਜਨ ਆਵਰਸ ਕੀ ਨੇ, ਫਿਊਲ ਕਿੰਨਾ, ਅਤੇ ਡਰਾਈਵਰ ਦੀ ਜਿਹੜੀ ਐਕਟੀਵਿਟੀਜ਼ ਆ ਸਪੀਡਿੰਗ ਨੂੰ ਲੈ ਕੇ ਜਾਂ ਕੋਈ ਹੋਰ ਉਹ ਸਾਰੀਆਂ ਚੀਜ਼ਾਂ ਆਪਾਂ ਮੋਨੀਟਰ ਕਰ ਸਕਦੇ ਹਾਂ। ਸੋ ਇਹਦੀ ਲੋੜ ਭਾਅ ਜੀ ਇਸ ਕਰਕੇ ਪਈ ਹੈ ਬਿਕੋਜ਼ US ਦੇ ਵਿੱਚ US ਇੱਕ ਇੱਦਾਂ ਦਾ ਕੰਟਰੀ ਹੈ ਜਿਹੜਾ ਟੈਕਨੋਲੋਜੀ ਨੂੰ ਸਭ ਤੋਂ ਪਹਿਲਾਂ ਇੰਪਲੀਮੈਂਟ ਕਰਕੇ ਕੋਈ ਨਵੀਂ ਇਨੋਵੇਸ਼ਨ ਕਰਨ ਦੀ ਕੋਸ਼ਿਸ਼ ਕਰਦਾ। 2014 ਦੇ ਵਿੱਚ ਇਹਨਾਂ ਨੇ ਮੈਂਡੇਟ ਲੈ ਕੇ ਆਂਦਾ ਸੀਗਾ ਜਿਹੜਾ ਕਿ ਉਦੋਂ ਇਹਨਾਂ ਨੇ ਸਿਰਫ ਪੇਪਰਸ 'ਤੇ ਲੈ ਕੇ ਆਂਦਾ ਸੀਗਾ ਕਿ ਅਸੀਂ ਇਹਨੂੰ ਇੰਪਲੀਮੈਂਟ ਕਰਾਂਗੇ 2017 ਦੇ ਵਿੱਚ। ਅਤੇ 2017 ਦੇ ਵਿੱਚ ਇਹਨਾਂ ਨੇ ਜਦੋਂ ਇਹਨਾਂ ਨੂੰ ਮੈਂਡੇਟ ਕੀਤਾ ਅਤੇ ਹੌਲੀ ਹੌਲੀ ਇੰਪਲੀਮੈਂਟ ਹੋਈ ਹੈ ਇਹ, ਜਿਹਦੇ 'ਚ ਇਹਦੀ ਫਸਟ ਫੇਜ਼ ਜਿਹੜੀ ਸੀਗੀ ਉਹ AOBRD ਕਰਕੇ ਸੀਗੀ। ਉਹ ਛੋਟੀ ਜਿਹੀ ਡਿਵਾਈਸ ਹੁੰਦੀ ਸੀ ਜਿਹੜੇ ਸਾਰੇ ਟਰੱਕਰਸ ਨੂੰ ਲਾਉਣੀ ਪੈਂਦੀ ਸੀ। ਅੱਛਾ, ਉਹਦੇ ਨਾਲ ਹਜੇ ਹਾਫ ਇੰਪਲੀਮੈਂਟੇਸ਼ਨ ਆਪਾਂ ਕਹਿ ਸਕਦੇ ਹਾਂ ਆਪਣੇ ELD ਦੀ, ਬਟ ਪੂਰੀ ਨਹੀਂ ਸੀਗੀ ਹੈ ਨਾ। ਅਤੇ 2019 ਦੇ ਵਿੱਚ US ਨੇ ਜਦੋਂ ਇੰਪਲੀਮੈਂਟ ਕੀਤੀ ਇਹ ਪੂਰੀ ਪ੍ਰੋਪਰਲੀ, ਜਦ ਕਿ ਕੈਨੇਡੀਅਨ ਕੈਰੀਅਰਸ ਜਿੰਨੇ ਵੀ ਨੇ ਉਹ 99% US ਟੂਵਰਡਸ US ਜਾਂ ਫਿਰ US ਟੂ ਕੈਨੇਡਾ ਨੂੰ ਕੰਮ ਕਰਦੇ ਨੇ। ਅਤੇ ਜੇ ਤੁਸੀਂ ਉੱਧਰ ਜਾਣਾ ਤੁਹਾਨੂੰ ELD ਲਾਉਣੀ ਹੀ ਪੈਣੀ ਸੀ। ਸੋ ਪਹਿਲੀ ਜਿਹੜੀ ELD ਲੱਗਦੀ ਸੀ 2019 ਤੋਂ ਪਹਿਲਾਂ ਉਹ ਸਿਰਫ ਅਤੇ ਸਿਰਫ US 'ਚ ਕੰਪਲਾਇੰਟ ਸੀਗੀ। 2021 ਦੇ ਵਿੱਚ ਟਰਾਂਸਪੋਰਟ ਕੈਨੇਡਾ ਨੇ ਅਨਾਊਂਸ ਕੀਤਾ ਕਿ ਅਸੀਂ ਕੈਨੇਡਾ ਦੇ ਵਿੱਚ ਵੀ ELD ਇੰਪਲੀਮੈਂਟ ਕਰਾਂਗੇ। ਓਕੇ, ਹਾਂਜੀ। ਅਤੇ ਹੁਣ ਫਿਰ ਇਹ ਕਦੋਂ ਤੋਂ ਇੱਥੇ ਪੂਰੀ ਤਰ੍ਹਾਂ ਲਾਗੂ ਹੋ ਗਈ ਹੈ ਕਾਨੂੰਨੀ ਤੌਰ 'ਤੇ? ਪਿਛਲੇ ਸਾਲ ਹੀ ਹੋਈ ਹੈ ਜੀ ਪੂਰੇ ਫੁੱਲ ਫਲੈਜ ਜਿਹੜੀ ਇੰਪਲੀਮੈਂਟੇਸ਼ਨ ਆ। ਅਤੇ ਹਾਲੇ ਲਾਸਟ ਈਅਰ ਜਿਹੜੀ ਇਹਨਾਂ ਨੇ ਅਨਾਊਂਸਮੈਂਟ ਕੀਤੀ ਸੀਗੀ ਉਹਦੇ 'ਚ 1 ਜਨਵਰੀ ਨੂੰ 2023 ਤੋਂ ਫੁੱਲ ਇੰਪਲੀਮੈਂਟੇਸ਼ਨ ਹੋਣੀ ਸੀ, ਬਟ ਕਿਊਬੈਕ ਇਜ਼ ਸਟਿਲ ਲੈਕਿੰਗ ਬਿਹਾਈਂਡ। ਉਹਨਾਂ ਨੇ ਹਜੇ ਮਈ ਦੇ ਵਿੱਚ ਕਰਨੀ ਹੈ। ਹਜੇ ਵੀ ਬਹੁਤ ਸਾਰੇ ਕੈਰੀਅਰਸ ਨੂੰ ਐਗਜ਼ੈਂਪਸ਼ਨਸ ਦੇ ਦਿੱਤੀ ਗਈ ਹੈ, ਬਟ ਦੇ ਆਰ ਪਲੈਨਿੰਗ, ਮੋਸਟ ਆਫ ਦਾ ਕੈਰੀਅਰਸ ਆਰ ਪਲੈਨਿੰਗ ਕਿ ਅਸੀਂ ਹੌਲੀ ਹੌਲੀ ਹੁਣ ਇੰਪਲੀਮੈਂਟ ਕਰੀਏ। ਹਾਂਜੀ, ਹੁਣ ਪਹਿਲੀ ਗੱਲ ਹੈ ਕਿ ਇਹਦੀ ਜ਼ਰੂਰਤ ਅਸਲ ਵਿੱਚ ਕਿਉਂ ਪੈਂਦੀ ਹੈ, ਕੀ ਮਤਲਬ ਫਰਕ ਕੀ ਪੈਂਦਾ? ਪਹਿਲਾਂ ਇਸ ਤੋਂ ਪਹਿਲਾਂ ਪੇਪਰ ਲੌਗ ਸੀ, ਹਾਂਜੀ, ਅਤੇ ਫਿਰ ਇਲੈਕਟ੍ਰੋਨਿਕ ਵੱਲ ਸਰਕਾਰਾਂ ਨੇ ਬਹੁਤ ਜ਼ੋਰ ਲਾਇਆ ਕਿ ਇਹਨੂੰ ਅਸੀਂ ਲਾਗੂ ਕਰੀਏ। ਹਾਂਜੀ, ਉਹਦੇ 'ਚ ਭਾਅ ਜੀ ਇਲੈਕਟ੍ਰੋਨਿਕ ਲੌਗ ਦੇ ਵਿੱਚ ਜਦੋਂ ਡਰਾਈਵਰਸ ਨੇ ਜਦੋਂ ਲਿਖਣਾ ਹੁੰਦਾ ਕਿ ਅਸੀਂ ਸਾਡਾ ਡਿਊਟੀ ਸਟੇਟਸ ਕੀ ਸੀਗਾ ਜਦੋਂ ਅਸੀਂ ਦਿਨ ਸਟਾਰਟ ਕਰਦੇ ਹਾਂ, ਅਤੇ ਦਿਨ ਸਟਾਰਟ ਦੇ ਨਾਲ ਉਹਦੇ 'ਚ ਮੈਂਡੇਟਰੀ ਜਿਹੜੀ ਚੀਜ਼ ਹੈ ਲੋਕੇਸ਼ਨ, ਅਤੇ ਅਸੀਂ ਡਿਊਟੀ ਸਟੇਟਸ ਕੀ ਸੀਗਾ, ਟਾਈਮ ਕੀ ਸੀਗਾ, ਕਿੰਨੇ ਵਜੇ ਅਸੀਂ ਆਪਣਾ ਜੋਬ ਸਟਾਰਟ ਕੀਤੀ, ਹਾਂਜੀ, ਅਤੇ ਕਿੰਨੇ ਵਜੇ ਖ਼ਤਮ ਕੀਤੀ। ਬਿਲਕੁਲ। ਹੁਣ ਪੇਪਰਸ ਦੇ ਵਿੱਚ ਤੁਸੀਂ ਉਹਨੂੰ ਮੈਨੀਪੂਲੇਟ ਕਰ ਸਕਦੇ ਹੋ ਕਿਉਂਕਿ ਕਿਸੇ ਕੋਲ ਕੋਈ ਵੀ ਰੈਕਡ ਨਹੀਂ ਹੈਗਾ ਕਿ ਜਦੋਂ ਗੱਡੀ ਮੈਂ ਸਟਾਰਟ ਕੀਤੀ ਅਤੇ ਮੇਰੀ ਫਿਜ਼ੀਕਲ ਲੋਕੇਸ਼ਨ ਕੀ ਸੀ, ਅਤੇ ਉਹਨੂੰ ਮੈਂ ਸ਼ਾਮ ਨੂੰ ਬੈਠ ਕੇ
13 ਘੰਟੇ ਦੀ ਡਿਊਟੀ ਨੂੰ 8 ਘੰਟੇ 'ਚ ਤਬਦੀਲ ਕਰ ਸਕਦਾ ਈਜ਼ੀਲੀ, ਕਿਉਂਕਿ ਮੈਨੂੰ ਕੋਈ ਵੀ ਮੇਰੇ ਕੋਲ ਜਾਂ ਕਿਸੇ ਹੋਰ ਕੋਲ ਕੋਈ ਸੋਰਸ ਨਹੀਂ ਹੈਗਾ ਉਹਨੂੰ ਵੈਰੀਫਾਈ ਕਰਨ ਦਾ। ਸੋ ਬੇਸਿਕਲੀ ਜਿਹੜੇ ਟਰੱਕਿੰਗ ਤੋਂ ਬਾਹਰ ਦੇ ਬੰਦੇ ਨੇ ਉਹਨਾਂ ਦੇ ਸਮਝਣ ਵਾਸਤੇ ਹੈ ਕਿ ਟਰੱਕਰ ਹੈ ਜੇ 14 ਘੰਟੇ ਕੰਮ ਕਰਦਾ ਸੀ ਹਾਂਜੀ, ਤੇ ਕਾਗਜ਼ਾਂ 'ਚ ਦਿਖਾ ਹੀ ਦਿੰਦਾ ਸੀ ਮੈਂ ਤਾਂ 8 ਘੰਟੇ ਕੀਤਾ। ਪੋਸੀਬਿਲਿਟੀ ਹੈਗੀ ਆ, ਉਹ ਕਰ ਸਕਦੇ ਨੇ, ਕਿਉਂਕਿ ਪੇਪਰ ਲੌਗ ਦੀ ਵੈਰੀਫਿਕੇਸ਼ਨ ਨਹੀਂ ਕੀਤੀ ਜਾ ਸਕਦੀ ਸੀ। ਕੋਈ ਜੇ ਹੁਣ ਕੱਲ੍ਹ ਨੂੰ ਮੈਨੂੰ ਕੋਈ ਪੁਲਿਸ ਵਾਲਾ ਜੇ ਮੈਂ ਆਪ ਟਰੱਕਰ ਹਾਂ ਅਤੇ ਜੇ ਮੈਨੂੰ ਆਪਣੇ ਪੁਲਿਸ ਵਾਲਾ ਰੋਕਦਾ ਹੈ ਨਾ, ਮੈਂ 14 ਘੰਟੇ ਦੀ ਡਿਊਟੀ ਨੂੰ ਈਜ਼ੀਲੀ 11 ਆਵਰਸ 'ਚ ਕਨਵਰਟ ਕਰ ਸਕਦਾ। ਸੋ ਮਤਲਬ ਜਿਹੜਾ 8 ਘੰਟੇ ਤੋਂ ਜਾਂ 10 ਘੰਟੇ ਤੋਂ ਵੱਧ ਕੰਮ ਕਰਨਾ ਇਹਨੂੰ ਇਨਕਰੇਜ ਨਹੀਂ ਕੀਤਾ ਜਾਂਦਾ। ਹਾਂਜੀ, ਕਿਉਂਕਿ ਇਹ ਤੁਹਾਡੀ ਸਿਹਤ ਲਈ, ਤੁਹਾਡੀ ਮਤਲਬ ਡਰਾਈਵਿੰਗ ਦੀ ਜਿਹੜੀ ਕੁਆਲਿਟੀ ਹੈ ਫਟੀਗ ਨੂੰ ਬੇਸਿਕਲੀ ਮਤਲਬ ਉਹਨਾਂ ਨੇ ਧਿਆਨ 'ਚ ਰੱਖ ਕੇ ਕਿ ਫਟੀਗ ਕੁਡ ਬੀ ਵਨ ਆਫ ਦਾ ਬੇਸਿਕ ਰੀਜ਼ਨ ਜਿਹੜਾ ਕਿ ਐਕਸੀਡੈਂਟਸ ਜਾਂ ਸੇਫਟੀ ਦੇ ਕੰਸਰਨਸ ਨੂੰ ਲੈ ਕੇ ਆਪਣੇ ਇਫੈਕਟ ਕਰ ਸਕਦਾ ਰੋਡਸ ਨੂੰ। ਸੋ ਹੁਣ ਜਦੋਂ ਇਲੈਕਟ੍ਰੋਨਿਕ ਜਿਹੜੀ ਇਹ ਡਿਵਾਈਸ ਲੱਗ ਗਈ, ਹਾਂਜੀ, ਇਹਦੇ 'ਚ ਇਹ ਮੈਨੀਪੂਲੇਸ਼ਨ ਪੋਸੀਬਲ ਬਿਲਕੁਲ ਨਹੀਂ ਹੈ। ਜਿਹੜੇ ਤਾਂ ਭਾਜੀ ਡਰਾਈਵਿੰਗ ਆਵਰਸ ਨੇ ਡਰਾਈਵਰਸ ਦੇ, ਉਹ ਤਾਂ ਬਿਲਕੁਲ ਪੋਸੀਬਲ ਨਹੀਂ। 4 ਤਰ੍ਹਾਂ ਦੇ ਡਿਊਟੀ ਸਟੇਟਸ ਹੁੰਦੇ ਨੇ ਜੀ। ਇੱਕ ਹੁੰਦਾ ਆਪਣਾ ਔਨ ਡਿਊਟੀ, ਇੱਕ ਹੁੰਦਾ ਤੁਹਾਡਾ ਡਰਾਈਵਿੰਗ ਟਾਈਮ, ਇੱਕ ਹੁੰਦਾ ਆਫ ਡਿਊਟੀ ਅਤੇ ਇੱਕ ਹੁੰਦਾ ਸਲੀਪਰ। ਔਨ ਡਿਊਟੀ ਉਹ ਹੈ ਜੀ ਜਦੋਂ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਆਪਣੀ ਡਿਊਟੀ ਕੀਤੀ ਆ। ਔਨ ਮਤਲਬ ਜਦੋਂ ਤੁਸੀਂ ਲੌਗ ਇਨ ਕਰਦੇ ਹੋ। ਆਫ ਡਿਊਟੀ ਉਹ ਜਦੋਂ ਤੁਸੀਂ ਲੌਗ ਆਊਟ ਕਰਦੇ ਹੋ। ਡਰਾਈਵਿੰਗ ਟਾਈਮ ਤੁਹਾਡਾ ਉਹ ਜਦੋਂ ਤੁਸੀਂ ਡਰਾਈਵ ਕਰ ਰਹੇ ਹੋ। ਸਲੀਪਰ ਇਜ਼ ਸਮਥਿੰਗ ਜਦੋਂ ਤੁਸੀਂ ਹੈ ਟਰੱਕ ਦੇ ਵਿੱਚ ਹੋ ਬਟ ਤੁਸੀਂ ਆਫ ਡਿਊਟੀ ਹੋ। ਠੀਕ ਹੈ ਜੀ, ਬਟ ਹੈ ਟਰੱਕ ਦਾ ਮਤਲਬ ਇਹ ਹੈ ਕਿ ਤੁਸੀਂ ਚਾਹੇ ਸੁੱਤੇ ਹੋਏ ਹੋ, ਚਾਹੇ ਤੁਸੀਂ ਵਿਦ ਇਨ ਦਾ ਕੈਬਿਨ ਹੋ, ਵਟ ਐਵਰ, ਹੈ ਨਾ। ਉਹ ਟਰੱਕਰ ਦੀ ਆਪਣੀ ਇੱਛਾ ਹੁੰਦੀ ਤੁਸੀਂ ਕਿੱਦਾਂ ਆਪਣੇ ਉਹਨੂੰ ਪੁੱਟ ਇਨ ਕਰਨਾ। ਅਤੇ ਇਹ ਜਿਹੜੇ 4 ਡਿਊਟੀ ਸਟੇਟਸਿਸ ਨੇ, ਇਹ ਸਾਰੇ ਦੇ ਸਾਰੇ ਆਪਣੇ ਸਰਕਾਰ ਨੇ ਬਿਲਕੁਲ ਵੀ ਇੱਥੇ ਜਾ ਕੇ ਸਖਤਾਈ ਕਰਤੀ ਕਿ ਤੁਸੀਂ ਸਾਰੇ ਨਹੀਂ ਐਡਿਟ ਕਰ ਸਕਦੇ। ਮਤਲਬ ਆਫ ਡਿਊਟੀ ਐਡਿਟ ਕੀਤੀ ਜਾ ਸਕਦੀ ਹੈ ਤੁਹਾਡੀ, ਔਨ ਡਿਊਟੀ ਐਡਿਟ ਕੀਤੀ ਜਾ ਸਕਦੀ ਹੈ ਨਾ, ਅਤੇ ਸਲੀਪਰ ਐਡਿਟ ਕੀਤੀ ਜਾ ਸਕਦੀ। ਉਹਦੇ 'ਚ ਸਿਚੁਏਸ਼ਨਸ ਨੇ, ਐਗਜ਼ੈਪਸ਼ਨਸ ਨੇ, ਬਟ ਤੁਸੀਂ ਡਰਾਈਵਿੰਗ ਜਿਹੜੀ ਆਟੋਮੈਟਿਕਲੀ ਪਿਕ ਕਰ ਲੈਂਦਾ ELD, ਉਹਨੂੰ ਨਹੀਂ ਤੁਸੀਂ ਆਪਣੇ ਐਡਿਟ ਕਰ ਸਕਦੇ। ਹਾਂਜੀ, ਅਤੇ ਪਰਮਵੀਰ ਜੀ ਕੁਛ ਮੈਸੇਜਿਸ ਜਿਵੇਂ ਆ ਰਹੇ ਨੇ ਕਿ ਜੀ ਲੋਕਾਂ ਨੇ ਤਾਂ ਰਾਹ ਲੱਭ ਰਹੇ ਨੇ, ਉਹਨੂੰ ਐਡਿਟ ਕਰ ਲੈਂਦੇ ਨੇ, ਅਤੇ ਇਸ ਕਿਸਮ ਦੀਆਂ ਕਈ ਮੈਸੇਜਿਸ ਨੇ। ਹਾਂਜੀ, ਸੋ ਭਾਜੀ ਐਡਿਟ ਕਰ ਲੈਣਾ ਮਤਲਬ ਡਰਾਈਵਿੰਗ ਤਾਂ ਨਹੀਂ ਐਡਿਟ ਹੋ ਸਕਦੀ ਸਟਿਲ, ਚਾਹੇ ਕੋਈ ਵੀ ਲੌਗ ਬੁੱਕ ਹੋਵੇ। ਹਾਂ, ਅੰਟਿਲ ਅਨਲੈਸ ਜਿਹੜਾ ਤੁਹਾਡਾ ਪ੍ਰੋਵਾਈਡਰ ਆ ਜਿਹਦੀ ਤੁਸੀਂ ELD ਲਈ ਹੋਈ ਹੈ, ਦੇ ਆਰ ਹੈਲਪਿੰਗ ਯੂ ਟੂ ਡੂ ਇਟ, ਹੈ ਨਾ। ਜੀ ਕੰਪਨੀ ਵਾਲੇ ਮਤਲਬ ਹਾਂਜੀ, ਬਿਲਕੁਲ ਬਿਲਕੁਲ। ਸੋ US ਦੇ ਵਿੱਚ ਮੈਸੇਜ ਵੀ ਕਿ ਕਈ ਕੰਪਨੀਜ਼ ਵਾਲੇ ਇਨਕਰੇਜ ਕਰ ਰਹੇ। ਹਾਂਜੀ ਭਾਜੀ, US ਦੇ ਵਿੱਚ ਰੀਸੈਂਟਲੀ 17 ਕੰਪਨੀਜ਼ ਨੂੰ ਉਹਨਾਂ ਨੇ ਨਾਨ ਸਰਟੀਫਾਈ ਕਰਤਾ, ਜਿਹਦਾ ਮਤਲਬ ਇਹ ਹੈ ਕਿ ਉਹਨਾਂ ਦੀ ਦੁਕਾਨ ਪਰਮਾਨੈਂਟਲੀ ਬੰਦ ਹੋਊਗੀ। ਹੁਣ ਉਹ ਦੁਬਾਰਾ ELD ਕਦੇ ਸਰਟੀਫਾਈ ਨਹੀਂ ਕਰਵਾ ਸਕਦੇ US ਦੇ ਵਿੱਚ। ਉਹਦਾ ਬਿਜ਼ਨਸ ਨਹੀਂ ਕਰ ਸਕਦੇ, ਬੇਸਿਕਲੀ ਇਹ ਵਾਲਾ ਬਿਜ਼ਨਸ ਨਹੀਂ ਕਰ ਸਕਦੇ, ਕਿਉਂਕਿ ਸੇਮ ਨੇਮ 'ਤੇ ਨਹੀਂ ਕਰ ਸਕਦੇ। ਮੇ ਬੀ ਵਿਦ ਅ ਨਿਊ ਨੇਮ ਉਹ ਆਪਣੇ ਮਾਰਕੀਟ ਦੇ ਵਿੱਚ ਦੁਬਾਰਾ ਆ ਸਕਣ। ਮੈਂ ਉਹਨਾਂ ਕੰਪਨੀਜ਼ ਦਾ ਨਾਮ ਨਹੀਂ ਲਊਂਗਾ, ਬਟ ਉਹ ਕੰਪਨੀਜ਼ ਕਿਉਂ ਬੰਦ ਹੋ ਗਈਆਂ? ਇਸੇ ਕਰਕੇ ਬਿਕੋਜ਼ they were helping the big fleets to edit the logs. ਉਹ ਐਡਿਟ ਇਸ ਤਰੀਕੇ ਨਾਲ ਕਰਦੇ ਸੀਗੇ ਕਿ ਜਿਹੜੀ ਵੈਰੀਫਿਕੇਸ਼ਨ ਆ ਪੇਪਰ ਦੇ ਉੱਤੇ ਭਾਜੀ, ਜਦੋਂ ਆਪਾਂ ਆਪਣੇ ਲੌਗ ਦਾ ਬੁੱਕ ਦਾ ਰੈਕਡ ਰੱਖਦੇ ਹਾਂ, ਉਹਦੇ ਵਿੱਚ ਲੋਕੇਸ਼ਨ ਅਤੇ ਟਾਈਮ ਆਉਂਦਾ, ਹੈ ਨਾ। ਅਤੇ ਜਦੋਂ ਆਪਾਂ ਲੌਗ ਦੇ ਵਿੱਚ ਦੇਖਦੇ ਹਾਂ ਕਿ ਇਹਦਾ ਪ੍ਰੂਫ ਕੀ ਹੈ, ਅਤੇ ਗਵਰਨਮੈਂਟ ਕੋਲ ਪ੍ਰੂਫ ਇਹ ਜਾਂਦਾ ਹੈ ਕਿ ਜਿਹੜੇ ਜਦੋਂ ਆਪਾਂ ਜਿੱਥੇ ਖੜ੍ਹ ਕੇ ਆਪਾਂ ਲੌਗ ਬੁੱਕ ਦਾ ਔਨ ਡਿਊਟੀ ਆਫ ਡਿਊਟੀ ਪਾਉਂਦੇ ਹਾਂ, ਉਹਦੇ GPS ਕੋਆਰਡੀਨੇਟਸ ਚੱਕੇ ਜਾਂਦੇ ਨੇ ਉੱਥੋਂ ਦੀ, ਅਤੇ ਉਹ ਲੌਗ ਬੁੱਕ ਦੀ ਜਿਹੜੀ ਐਕਚੁਅਲ ਫਾਈਲ ਬਣਦੀ ਹੈ, ਜਿਹੜੀ ਆਪਣੀ ਫਾਈਨਲ ਫਾਈਲ ਬਣਦੀ ਹੈ, ਜਿਹੜੀ ਇੰਸਪੈਕਸ਼ਨ ਲਈ ਜਾ ਸਕਦੀ ਹੈ, ਤਾਂ ਉਹਦੇ 'ਚੋਂ ਕੋਆਰਡੀਨੇਟਸ ਰਿਕਾਰਡ ਹੋ ਜਾਂਦੇ ਨੇ। ਨਾਲ ਤੁਹਾਡਾ ਇੰਜਨ ਦਾ ਡੇਟਾ ਵੀ ਜਾਂਦਾ, ਇਗਨੀਸ਼ਨ ਔਨ ਆਫ ਹੋਇਆ, ਤੁਸੀਂ ਡਰਾਈਵ ਕੀਤਾ, ਕਿੰਨੇ ਕਿਲੋਮੀਟਰ 'ਤੇ ਕੀਤਾ। ਜੇ ਤੁਸੀਂ ਕਿਸੇ ਸੜਕ 'ਤੇ ਜਾ ਰਹੇ ਸੀ, ਤੁਸੀਂ 5 ਕਿਲੋਮੀਟਰ ਆਫ ਦਾ ਸਾਊਥ ਵੈਸਟ ਸੀ ਜਾਂ 5 ਕਿਲੋਮੀਟਰਸ ਆਫ ਦਾ ਸਾਊਥ ਈਸਟ ਸੀਗੇ, ਉਹ ਪੂਰੀ ਡੀਟੇਲ ਆ ਜੀ। ਉਹ ਇੰਨਾ ਕੁ ਡੀਟੇਲ ਡਾਕੂਮੈਂਟ ਆ ਕਿ ਜਦੋਂ ਤੁਸੀਂ ਉਹਨੂੰ ਦੇਖੋਗੇ ਕਿ ਇਹਨੂੰ ਆਪਾਂ ਮੈਨੀਪੂਲੇਟ ਕਰ ਸਕਦੇ ਹਾਂ। ਡਰਾਈਵਿੰਗ ਨੂੰ ਬਿਲਕੁਲ ਨਹੀਂ ਕਰ ਸਕਦੇ। ਐਜ਼ ਆਈ ਸੈਡ, ਯੈਸ ਯੂ ਕੈਨ ਓਵਰਰਾਈਡ ਦੀ ਐਕਚੁਅਲ ਔਨ ਡਿਊਟੀ ਔਰ ਆਫ ਡਿਊਟੀ ਜਿਹੜੇ ਤੁਹਾਡੇ ਆਪਣੇ ਸਟੇਟਸਿਸ ਨੇ, ਉਹਨੂੰ ਤੁਸੀਂ ਪਲੱਸ ਮਾਈਨਸ ਕਰ ਸਕਦੇ ਹੋ। ਉਹ ਸਿਰਫ ਇਸ ਕਰਕੇ ਕਰ ਸਕਦੇ ਹੋ ਤਾਂ ਕਿ ਤੁਸੀਂ ਜੇ ਗਲਤੀ ਨਾਲ ਲੈਟਸ ਸੇ ਕਿ ਡਰਾਈਵਰ ਨੇ 13 ਘੰਟੇ ਡਰਾਈਵ ਕੀਤਾ ਸੀ ਅਤੇ ਉਹ ਆਫ ਡਿਊਟੀ ਕਰਨਾ ਭੁੱਲ ਗਿਆ, ਅਤੇ ਉਹਨੂੰ ਆਪਾਂ ਆਪਣੇ ਬੈਕ ਡੇਟ ਦੇ ਵਿੱਚ ਜਾ ਕੇ ਅਤੇ ਆਪਣੇ ਆਫ ਡਿਊਟੀ ਪਾ ਸਕਦੇ ਕਿ ਡਰਾਈਵਰ ਫੋਰਗੋਟ ਅਬਾਊਟ ਇਟ, ਬਟ ਉਹ ਓਵਰਰਾਈਡ ਨਹੀਂ ਹੋਇਆ। ਉਹ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਉਹ
ਆਫ ਡਿਊਟੀ ਹੋਗੀ ਤੇ ਉਸ ਤੋਂ ਬਾਅਦ ਵਾਲੇ ਜਿਹੜੇ ਆਵਰ ਸੀਗੇ ਉਹ ਦੇ ਆਰ ਐਜ਼ ਐਕਸਪੈਕਟਡ। ਜੇ ਤੁਸੀਂ ਓਵਰਰਾਈਡ ਕਰ ਰਹੇ ਹੋ ਤਾਂ ਓਵਰਰਾਈਡ ਦੀ ਵੀ ਹਿਸਟਰੀ ਬਣ ਰਹੀ ਹੈ ਪਿੱਛੇ ਬੈਕਐਂਡ ਤੇ। ਪਰ ਕਈ ਦੋਸਤ ਕਹਿ ਰਹੇ ਨੇ ਤੇ ਲੋਕ ਐਡਿਟ ਕਰਨ ਦੀ ਲੋੜ ਹੀ ਨਹੀਂ ਪੈਂਦੀ, ਨਵੀਂ ਆਈਡੀ ਬਣਾ ਲੈਂਦੇ ਨੇ। ਸੋ ਭਾਜੀ ਉਹੀ ਚੀਜ਼ ਹੈ ਜੀ, ਹੁਣ ਨਵੀਂ ਆਈਡੀ ਬਣਾ ਲਈ ਹੈ ਨਾ, ਤੇ ਲੈਟਸ ਸੇ ਕਿ ਤੁਹਾਡਾ ਹੁਣ ਆਡਿਟ ਹੁੰਦਾ ਜਾਂ ਤੁਹਾਨੂੰ ਆਪਣੇ ਸਕੇਲ ਤੇ ਪੁੱਲ ਕੀਤਾ ਜਾਂਦਾ ਹੈ ਨਾ, ਤੇ ਜੇ ਤਾਂ ਆਫਿਸਰ ਨੂੰ ਪਤਾ ਹੈ ਕਿ ਹੀ ਕੁਡ ਬੀ ਦਾ ਓਲਡ ਡਰਾਈਵਰ ਹੈ ਨਾ, ਤੇ ਉਹ ਆਪਣੇ ਲੌਗ ਬੁੱਕ ਮੰਗਵਾਊਗਾ, ਆਪਣੇ ਚੈੱਕ ਕਰੂਗਾ, ਪੂਰਾ ਹਿਸਟਰੀ ਚੈੱਕ ਕਰੂਗਾ ਹੈ ਨਾ, ਤੇ ਲੈਟਸ ਸੇ ਕਿ ਉਦੋਂ ਡਰਾਈਵਰ ਨਹੀਂ ਫੜੇ ਗਏ ਐਂਡ ਦੇ ਆਰ ਡਰਾਈਵਿੰਗ ਵੈਰੀ ਵੈਲ ਹੈ ਨਾ। ਐਟ ਦੀ ਐਂਡ ਆਫ ਦਾ ਡੇ ਐਵਰੀ ਡੇ ਆਪਣੇ ਟਰਾਂਸਪੋਰਟ ਕੈਨੇਡਾ ਨੇ ਤੇ ਆਡਿਟ ਮੰਗਣਾ ਹੀ ਮੰਗਣਾ ਜੀ ਹਰੇਕ ਦਾ ਹੈ ਨਾ। ਤੇ ਜਦੋਂ ਆਡਿਟ ਹੋਣਾ ਆਪਣੇ ਸੇਫਟੀ ਦਾ, ਤੇ ਫਿਰ ਉਦੋਂ ਆਪਣੇ ਜਿਹੜੇ ਡਰਾਈਵਰਸ ਐਗਜ਼ਿਸਟ ਨਹੀਂ ਕਰਦੇ, ਰਾਈਟ, ਤੁਸੀਂ ਆਈਡੀਜ਼ ਬਣਾ ਰਹੇ ਹੋ, ਸੋ ਉਸ ਦਿਨ ਭਾਵੇਂ ਤੁਸੀਂ ਲੰਘ ਜਾਓ, ਹਾਂਜੀ, ਪਰ ਇਵੈਂਚੁਅਲੀ ਤਾਂ ਤੁਹਾਡਾ ਆਡਿਟਸ ਹੋਣੇ ਹੀ ਹੋਣੇ ਆ, ਰਾਈਟ। ਸੋ ਮੈਨੂੰ ਨਹੀਂ ਲੱਗਦਾ ਕਿ ਇਹ ਗੁੱਡ ਆਈਡੀਆ। ਟੈਕਸ ਚੋਰੀ ਦੀ ਤਰ੍ਹਾਂ ਹੀ ਹੈ ਵੀ ਉਸ ਦਿਨ ਭਾਵੇਂ ਜੇ ਤੁਸੀਂ ਟੈਕਸ ਫਾਈਲ ਕੀਤਾ, ਉਹ ਤੁਸੀਂ ਹੇਰਾਫੇਰੀ ਕਰ ਲਈ, ਚੱਲ ਗਿਆ, ਪਰ ਜਦੋਂ ਆਡਿਟ ਹੋਏਗਾ ਬਿਲਕੁਲ ਖੁਦ ਪਕੜੇ ਜਾਓਗੇ। ਬਿਲਕੁਲ ਬਿਲਕੁਲ। ਐਂਡ ਲੈਟਸ ਸੇ ਕਿ ਤੁਸੀਂ ਡਰਾਈਵਰਸ ਜਿਵੇਂ ਹੁਣ ਆਪਣੇ ਮੈਂ ਬਹੁਤ ਸਾਰੀ ਜਗ੍ਹਾ ਤੇ ਦੇਖਦਾ ਕਿ ਉਹ ELD ਨੂੰ ਅਨਪਲੱਗ ਕਰ ਦਿੰਦੇ ਨੇ ਤੇ ਉਹ ਚਲਾ ਲੈਂਦੇ ਨੇ, ਤੇ ਉਹ ਅਨਪਲੱਗ ਕਰਕੇ ਜਦੋਂ ਚਲਾ ਲੈਂਦੇ ਨੇ, ਜਿਹੜੇ ਮਿਸਿੰਗ ਕਿਲੋਮੀਟਰਸ ਨੇ ਨਾ, ਉਹ ELD ਪਿਕ ਕਰਦੀ ਹੈ, ਉਹ ਕਿਸੇ ਆਪਣੇ ਆਪ ਐਡ ਕਰ ਦੇਣੇ ਵਿੱਚ। ਹਾਂਜੀ ਹਾਂਜੀ, ਉਹ ਇੱਦਾਂ ਨਹੀਂ ਹੈਗਾ ਕਿ ਲੈਟਸ ਸੇ ਕਿ ਮੇਰਾ ਹੁਣ ਆਡੋਮੀਟਰ 27702 ਤੇ ਹੈ ਨਾ, ਤੇ ਮੈਂ 27702 ਤੋਂ ਬਾਅਦ ਸਿੱਧਾ 28000 ਤੇ ਜਾ ਕੇ ਤੇ ਆਪਣੇ ELD ਪਲੱਗ ਇਨ ਕੀਤੀ, ਮੈਂ 300 ਕਿਲੋਮੀਟਰ ਉਹੀ ਚਲਾ ਲਿਆ, ਤੇ ਕੋਈ ਦੇਖ ਰਿਹਾ, ਆਪਣਾ ਡਰਾਈਵਰ ਸੋਚਦਾ ਕਿ ਮੈਂ ਤਾਂ ਕਿਸੇ ਨੇ ਦੇਖਿਆ ਹੀ ਨਹੀਂ, ਤੇ ਮੈਨੂੰ ਤਾਂ ਕੋਈ ਵਾਰਨਿੰਗ ਆਈ ਨਹੀਂ। ਉਹ ਜਿਹੜੀ ਐਕਚੁਅਲ 'ਚ ਫਾਈਲ ਹੁੰਦੀ ਹੈ, ਜਿਹੜੀ ਇੰਸਪੈਕਸ਼ਨ ਲਈ ਜਾਂਦੀ ਹੈ, ਉਹਦੇ ਵਿੱਚ ਹੁੰਦਾ ਹੈ ਜੀ, ਇਹ ਹੋਰ ਨਹੀਂ ਕਿਤੇ ਹੁੰਦਾ। ਅੱਛਾ, ਕਈ ਫਿਰ ਭੁਲੇਖੇ 'ਚ ਵੀ ਤੁਰੇ ਫਿਰਦੇ ਹੋਣਗੇ ਵੀ ਅਸੀਂ ਹੇਰਾਫੇਰੀ ਕਰ ਲਈ। ਹਾਂਜੀ, ਜੇ ਸਾਹਮਣੇ ਵਾਲਾ ਜਿਹੜਾ DOT ਆਫਿਸਰ ਹੈ ਜਾਂ ਫਿਰ ਆਪਣੇ ਸੇਫਟੀ ਆਫਿਸਰ ਹੈ, ਜੇ ਉਹਨੂੰ ਪਤਾ ਸਕੇਲ ਵਾਲੇ ਨੂੰ ਕਿ ਕਿੱਥੇ ਮੈਂ ਚੈੱਕ ਕਰਨਾ, ਤੇ ਉਹ ਲੱਭ ਸਕਦੇ ਜੀ। ਉਹ ਆਪਣੀ ELD ਜਾਂ ਕਿਸੇ ਦੀ ਵੀ ELD ਰਾਈਟ ਵੇ ਵਾਇਲੇਸ਼ਨ ਫਰੰਟ ਤੇ ਨਹੀਂ ਸ਼ੋ ਕਰਦੀ। ਪਰਮਵੀਰ ਜੀ, ਦੇਖੋ ਇਹ ਗੱਲ ਜਿਹੜੀ ਆਈ ਹੈ ਕਿ ਲੋਕਾਂ ਨੇ ਰਾਹ ਤੇ ਲੱਭੇ ਹੋਏ ਨੇ, ਪਰ ਜੋ ਮੈਨੂੰ ਗੱਲ ਸਮਝ ਆ ਰਹੀ ਹੈ ਤੁਹਾਡੀ ਗੱਲ ਤੇ ਇਹਨਾਂ ਦੀ ਗੱਲ ਸੁਣ ਕੇ, ਕਿ ਉਸੇ ਤਰ੍ਹਾਂ ਦੀ ਗੱਲ ਹੈ ਕਿ ਕੋਈ ਬੰਦਾ ਅੱਜ ਕਹੇ ਜੀ ਮੈਂ ਬਿਨਾਂ ਇੰਸ਼ੋਰੈਂਸ ਤੋਂ ਵੀ ਗੱਡੀ ਚਲਾ ਹੀ ਰਿਹਾ, ਉਹ ਚਲਾ ਰਿਹਾ, ਠੀਕ ਹੈ, ਅੱਜ ਨਹੀਂ ਫਸਿਆ, ਪਰ ਜਿੱਦਣ ਫਸਿਆ ਹੋ, ਬਿਲਕੁਲ ਸਾਰੇ ਹਿਸਾਬ ਕਿਤਾਬ ਬਰਾਬਰ ਹੋ ਜਾਣਗੇ, ਹੋ ਸਕਦੇ ਨੇ, ਬਿਲਕੁਲ। ਤੇ ਸੋ ਜਿਹੜੀਆਂ ਮਤਲਬ ਇਹਦੇ ਰਸਤੇ ਲੱਭੇ ਜਾ ਰਹੇ ਨੇ, ਇਸ ਪੱਖੋਂ ਇਹ ਅਲਟੀਮੇਟਲੀ ਤੁਹਾਨੂੰ ਫਸਾ ਸਕਦੇ ਨੇ। ਬਿਲਕੁਲ। ਤੇ ਪਰ ਹੁਣ ਜਿਹੜੀ ਅਗਲੀ ਗੱਲ ਹੈ ਕਿ ਇੰਡਸਟਰੀ ਤੇ ਇਹਦਾ ਇੰਪੈਕਟ ਕੀ ਪਏਗਾ ਜਾਂ ਪੈ ਸਕਦਾ ਹੈ, ਜਿਸ ਤਰ੍ਹਾਂ ਸਰਕਾਰ ਬੜਾ ਇਸ ਨੂੰ ਲਾਗੂ ਕਰਨ ਬਾਰੇ ਸੀਰੀਅਸ ਹੈ। ਹਾਂਜੀ, ਤੇ ਤੁਸੀਂ ਦੱਸੋ ਕਿਸ ਤਰ੍ਹਾਂ ਦਾ ਇੰਪੈਕਟ ਹੁਣ ਤੱਕ ਪਿਆ ਤੇ ਪੈ ਸਕਦਾ ਆਉਣ ਵਾਲੇ ਟਾਈਮ 'ਚ? ਟਰੱਕਿੰਗ ਭਾਜੀ ਡਾਇਰੈਕਟਲੀ ਪ੍ਰੋਪੋਰਸ਼ਨਲ ਆ ਜੀ ਮਾਈਲਸ ਦੇ ਉੱਤੇ। ਜਿੰਨੇ ਜ਼ਿਆਦਾ ਤੁਸੀਂ ਮਾਈਲਸ ਡਰਾਈਵ ਕਰੋਗੇ, ਉਹਨਾਂ ਜ਼ਿਆਦਾ ਟਰੱਕਰਸ ਜਾਂ ਡਰਾਈਵਰਸ ਪੈਸੇ ਬਣਾਉਂਦੇ ਨੇ, ਚਾਹੇ ਓਨਰ ਆਪਰੇਟਰ ਹੈ, ਚਾਹੇ ਉਹ ਕੰਪਨੀ ਦਾ ਡਰਾਈਵਰ ਹੈ, ਚਾਹੇ ਉਹ ਲੋਕਲ ਡਰਾਈਵਰ ਆ। ਜੇ ਤਾਂ ਤੁਸੀਂ ਆਵਰਲੀ ਵੇਜ 'ਤੇ ਹੋ, ਫਿਰ ਤੁਹਾਨੂੰ ਮਾਈਲਸ ਮੈਟਰ ਨਹੀਂ ਕਰਦੇ, ਬਟ ਜੇ ਤੁਹਾਡੀ ਪੇਮੈਂਟ ਹੀ ਮਾਈਲਸ ਦੇ ਅਕੋਰਡਿੰਗਲੀ ਆਉਂਦੀ ਆ, ਫਿਰ ਤੁਹਾਨੂੰ ਉਹ ਮੈਟਰ ਕਰਦਾ। ਤੇ ਜੇ ਤੁਹਾਡੇ ਕੋਲ ਟਾਈਮ ਲਿਮਿਟਡ ਆਪਣੇ ਮਾਈਲਸ ਕਵਰ ਕਰਨ ਲਈ, ਓਬਵੀਅਸਲੀ ਗੱਲ ਹੈ, ਫਿਰ ਤੁਹਾਡੀ ਇਨਕਮ ਦੇ ਉੱਤੇ ਸਿੱਧਾ ਡਾਇਰੈਕਟਲੀ ਅਸਰ ਪਏਗਾ। ਤੇ ਜੇ ਇਨਕਮ ਦੇ ਉੱਤੇ ਡਾਇਰੈਕਟਲੀ ਅਸਰ ਪੈ ਰਿਹਾ, ਤੇ ਓਬਵੀਅਸਲੀ ਗੱਲ ਹੈ, ਫਿਰ ਟਰੱਕਿੰਗ ਲਾਹੇਵੰਦ ਪੂਰੇ ਪ੍ਰੋਫੈਸ਼ਨ ਤੇ, ਕਿਉਂਕਿ ਕਿਹਾ ਹੀ ਜਾਂਦਾ ਕਿ ਟਰੱਕਿੰਗ 'ਚ ਲੋਕ ਜ਼ਿਆਦਾ ਪੈਸੇ ਇਸੇ ਕਰਕੇ ਕਮਾਉਂਦੇ ਸੀ ਕਿਉਂਕਿ ਉਹ ਵਾਧੂ ਆਵਰਸ ਲਾਉਂਦੇ ਸੀ। ਹਾਂਜੀ, ਜੇ ਉਹ ਆਵਰਸ ਕੰਟਰੋਲ ਹੋ ਗਿਆ ਇਹਦੇ ਨਾਲ, ਹਾਂਜੀ, ਤਾਂ ਉਹ ਜਿਹੜੀ ਹੈ ਉਹ ਚੀਜ਼ ਤੇ ਅਸਰ ਪਊਗਾ। ਹਾਂਜੀ, ਇਸੇ ਕਰਕੇ ਬਹੁਤ ਸਾਰੇ ਕੈਂਪੇਨਸ ਚੱਲਦੇ ਨੇ। ਆਈ ਥਿੰਕ ਤੁਹਾਡਾ ਯੈਸਟਰਡੇ ਦਾ ਆਪਣੇ ਸ਼ੋਅ ਸੀ, ਸ਼ਾਇਦ ਮੇਬੀ 13, 20 ਔਰ 50 ਦਾ ਸੀਗਾ, ਆਪਣੇ ਕਿ ਟਰੱਕਿੰਗ ਕੁਝ ਤਾਂ ਟਰੱਕਰਸ ਦਾ ਕੈਂਪੇਨਸ ਚੱਲ ਰਹੇ ਨੇ, ਜਿਹਦੇ 'ਚ ਉਹ ਆਪਣੇ ਵੇਜਸ ਨੂੰ ਲੈ ਕੇ ਫਾਈਟ ਕਰ ਰਹੇ ਆ, ਰਾਈਟ? ਕੱਲ੍ਹ ਸਾਡੇ ਸ਼ੋਅ 'ਚ ਕਰ ਰਹੇ ਸੀ ਗੱਲ। ਹਾਂਜੀ ਹਾਂਜੀ। ਸੋ ਬੇਸਿਕਲੀ ਇਹ ਬਹੁਤ ਵੱਡਾ ਮੁੱਦਾ ਜਿਹਦੇ 'ਚ ਉਹਨਾਂ ਨੂੰ, ਇੱਕ ਤਾਂ ਵੇਜਸ ਤੇ ਇਹਦਾ ਇੰਪੈਕਟ ਹੋ ਸਕਦਾ ਕੁਛ ਹਿੱਸੇ 'ਚ ਜਿਹੜੇ ਵਾਧੂ ਆਵਰਸ। ਬਿਲਕੁਲ ਬਿਲਕੁਲ। ਤੇ ਹੋਰ ਇਸ ਦਾ ਕੀ ਇੰਪੈਕਟ ਤੁਸੀਂ ਦੇਖ ਰਹੇ ਹੋ? ਸੇਫਟੀ, ਕਿਉਂਕਿ ਮੇਨਲੀ ਤਾਂ ਸਰਕਾਰ ਦਾ ਤਾਂ ਕੰਸਰਨ ਇਹ ਹੈ ਕਿ ਸੇਫਟੀ। ਹਾਂਜੀ, ਸਰਕਾਰ ਦਾ ਕੰਸਰਨ ਸੇਫਟੀ ਹੈ ਜੀ, ਤੇ ਕੰਟਰੋਲ ਕਰਨਾ ਕਿ ਹਾਊ ਅ ਡਰਾਈਵਰ ਸ਼ੁੱਡ ਬੀ ਡਰਾਈਵਿੰਗ ਔਨ ਦ ਰੋਡ ਬੇਸਡ ਔਨ ਦ ਐਵਰੀਡੇ ਆਵਰਸ, ਹੈ ਨਾ। ਆਪਣੇ ਜਿਵੇਂ ਉਹਨੂੰ ਡਿਊਟੀ ਲੈ ਕੇ ਜੇ ਚੱਲਦੇ ਹਾਂ ਆਪਾਂ ਕਿ ਇੰਨੇ ਘੰਟੇ ਤਾਂ ਇੰਨੇ ਘੰਟੇ ਹੀ ਚੱਲਣਾ, ਇਸ ਤੋਂ ਵੱਧ ਨਹੀਂ। ਬਟ ਜੇ ਕੈਰੀਅਰਸ ਵਾਲੇ ਪਰਸਪੈਕਟਿਵ ਤੋਂ ਦੇਖੋ ਤੁਸੀਂ, ਕੈਰੀਅਰਸ ਵਾਲੇ ਪਰਸਪੈਕਟਿਵ ਤੋਂ ਵੀ ਬਹੁਤ ਆਪਣੇ ਇਸ਼ੂਜ਼ ਨੇ, ਜਿਹਦੇ 'ਚ ਡਰਾਈਵਰ ਸਮਟਾਈਮਸ ਓਕੇ ਹੁੰਦੇ ਆ ਕਿ ਹਾਂ ਉਹ ਘੰਟਾ ਦੂਰ ਜਾ ਕੇ ਲੋਡ ਪਿਕ ਕਰਨ ਲਈ ਰੈਡੀ ਨੇ, ਬਟ ਉਹਨਾਂ ਦੇ ਆਵਰਸ ਖਤਮ ਹੋ ਗਏ ਨੇ। ਆਵਰਸ ਖਤਮ ਹੋ ਗਏ, ਲੋਡ ਪਿਕ ਨਹੀਂ ਹੋਣਾ, ਕੈਰੀਅਰ ਡੋਂਟ ਗੈਟ ਪੇਡ। ਇਫ ਕੈਰੀਅਰ ਡੋਂਟ ਗੈਟ ਪੇਡ, ਰਾਈਟ, ਤੇ ਅੱਗੇ ਉਹਨਾਂ ਦਾ ਸਰਕਲ ਨਹੀਂ ਚੱਲਦਾ। ਪਰ ਫਿਰ ਜਿਹੜੇ ਕੈਰੀਅਰਸ ਨੇ ਉਹਨਾਂ ਨੂੰ ਆਪਣਾ ਸਿਸਟਮ ਵਧੀਆ ਕਰਨਾ ਪਏਗਾ।
ਕਿਉਂਕਿ ਹੁਣ ਵਾਲਾ ਸਿਸਟਮ ਤੇ ਐਕਸਪਲੋਇਟੇਸ਼ਨ ਬੇਸਡ ਹੈ ਨਾ, ਕਿਉਂਕਿ ਇੱਕ ਕਿਸਮ ਦਾ ਮੈਨੂੰ ਇਹਦੇ 'ਚ ਇਹ ਐਂਗਲ ਵੀ ਲੱਗਦਾ ਵੀ ਵਰਕਰਸ ਦੇ ਜਿਹੜੇ ਰਾਈਟਸ ਨੇ, ਹਾਂਜੀ ਉਹਨਾਂ ਦੀ ਸੇਫਟੀ ਹੈ, ਉਹਨਾਂ ਦੀ ਹੈਲਥ ਹੈ, ਬਿਲਕੁਲ ਇਹਦੇ ਪਿੱਛੇ ਫਿਲਾਸਫੀ ਕਿਤੇ ਨਾ ਕਿਤੇ ਉਹ ਵੀ ਹੈ ਹਾਂਜੀ ਬਿਲਕੁਲ ਇਹ ਭਾਜੀ ਦੋਨਾਂ ਕਿ ਜੇ ਤੁਸੀਂ ਮਤਲਬ 15 ਘੰਟੇ ਕੰਮ ਕਰੋਗੇ ਤੇ ਤੁਹਾਡੀ ਸਿਹਤ ਦਾ ਤਾਂ ਤੁਸੀਂ ਕਬਾੜਾ ਹੀ ਕਰੋਗੇ ਨਾ ਅਗਲੇ 5-7 ਸਾਲਾਂ 'ਚ। ਬਿਲਕੁਲ ਇਸੇ ਕਰਕੇ ਗਵਰਨਮੈਂਟ ਜੋ ਕਰ ਰਹੀ ਹੈ ਮੈਨੂੰ ਲੱਗਦਾ ਇੱਕ ਪਾਸੇ ਉਹ ਠੀਕ ਹੈ ਡਰਾਈਵਰਸ ਲਈ, ਬਟ ਕਿਤੇ ਨਾ ਕਿਤੇ ਕੈਰੀਅਰਸ ਲਈ ਉਹ ਚੈਲੰਜਿੰਗ ਬਣ ਜਾਂਦਾ। ਕਿਉਂਕਿ ਲੋਡ ਦੇ ਪਿਕਅਪ ਕਦੀ ਜਾਂ ਡਰੋਪ ਆਫ ਜਿਹੜੇ ਉਹ ਮੋਰ ਦੈਨ ਐਕਸਪੈਕਟਡ ਆਵਰਸ ਹੁੰਦੇ ਨੇ। ਠੀਕ ਹੈ, ਤੁਸੀਂ ਜੇ 10 ਘੰਟੇ ਦੀ ਸਲੀਪ ਪਾਉਣੀ ਆ ਅਤੇ ਉਸ ਹਿਸਾਬ ਨਾਲ ਤੁਸੀਂ ਜਦੋਂ ਡਿਲੇ ਹੋ ਜਾਂਦੇ ਹੋ ਹੈ ਨਾ, ਤੁਹਾਡੇ ਬਿਜ਼ਨਸ ਦੀ ਓਵਰਆਲ ਸਰਕਲ ਜਿਹੜਾ ਆ ਉਹਦੇ 'ਤੇ ਇਫੈਕਟ ਪੈਂਦਾ ਆ ਕੈਸ਼ ਇਨਫਲੋ 'ਤੇ, ਰਾਈਟ। ਸੋ ਚੈਲੰਜਸ ਹਰ ਪਾਸੇ ਨੇ ਜੀ। ਸੋ ਇੱਕ ਗੱਲ ਤਾਂ ਪੱਕੀ ਹੈ, ਕਿਉਂਕਿ ਜਿਹੜਾ ਪੁਰਾਣਾ ਹੁਣ ਤੱਕ ਦਾ ਚੱਲਿਆ ਆ ਰਿਹਾ ਮਾਡਲ ਹੈ ਉਹ ਬੇਸਡ ਹੀ ਉਸ ਚੀਜ਼ 'ਤੇ ਸੀਗਾ ਕਿ ਤੁਸੀਂ ਟਰੱਕਰ ਤੋਂ ਕਿੰਨੇ ਮਰਜ਼ੀ ਆਵਰ ਲਵਾ ਲਓ, ਮੋਸਟ ਆਫ ਦਾ ਟਾਈਮ ਟਰੱਕਰ ਵੀ ਇਸ ਗੱਲ ਲਈ ਤਿਆਰ ਨਹੀਂ ਸਾਨੂੰ ਤੁਸੀਂ ਆਵਰ ਦਿਓ, ਸਾਨੂੰ ਨਾ ਆਪਣੀ ਸਿਹਤ ਦੀ ਪਰਵਾਹ ਹੈ, ਨਾ ਸਾਨੂੰ ਖਾਣੇ ਦੀ ਪਰਵਾਹ ਹੈ, ਨਾ ਸਾਨੂੰ ਕਿਸੇ ਹੋਰ ਚੀਜ਼ ਦੀ ਪਰਵਾਹ ਹੈ। ਬਿਲਕੁਲ ਮੈਨੂੰ ਲੱਗਦਾ ਭਾਜੀ ਇੱਕ ਟਾਈਮ 'ਤੇ ਇੱਦਾਂ ਆਉਂਦਾ, ਬਹੁਤ ਸਾਰੇ ਮੈਂ ਡਰਾਈਵਰਸ ਜਿਨ੍ਹਾਂ ਨੂੰ ਪਰਸਨਲੀ ਜਾਣਦਾ ਉਹ ਆਪਣੇ ਆਪ ਨੂੰ ਲਿਟਰਲੀ ਪੁਸ਼ ਕਰਦੇ ਸੀ। ਇਨਫੈਕਟ ਜੇ ਮੈਂ ਵੀ ਟਰੱਕਿੰਗ ਨਾਲ ਰਿਲੇਟਡ ਹਾਂ ਹੈ ਨਾ, ਮੈਂ ਚਲੋ ਸੋਫਟਵੇਅਰ ਵਾਲੇ ਅਤੇ ਨੈਟਵਰਕ ਵਾਲੇ ਪਾਸੇ ਜ਼ਿਆਦਾ ਹਾਂ, ਅਤੇ ਅਸੀਂ ਵੀ ਆਪਣੇ ਆਪ ਨੂੰ ਪੁਸ਼ ਕਰਦੇ ਹਾਂ ਕਿ ਜਲਦੀ ਚੀਜ਼ ਬਣਾ ਕੇ ਅਤੇ ਮਾਰਕੀਟ ਦੇ ਵਿੱਚ ਲੈ ਆਈਏ ਹੈ ਨਾ। ਸੋ ਮੈਨੂੰ ਲੱਗਦਾ ਹਰ ਕੋਈ ਕਰਦਾ, ਡਰਾਈਵਰਸ ਵੀ ਕਰਦੇ ਹੋਣਗੇ, ਬਟ ਸਮਟਾਈਮਸ ਮੈਂ ਇੱਕ ਵਾਰੀ ਇੱਕ ਡਰਾਈਵਰ ਤੋਂ ਮੈਂ ਸੁਣਿਆ ਸੀਗਾ ਕਿ ਉਹਨੇ 24 ਆਵਰਸ ਤੱਕ ਪੁਸ਼ ਕੀਤਾ ਆਪਣੇ ਆਪ ਨੂੰ ਡਰਾਈਵ ਕਰਨ ਲਈ ਹੈ ਨਾ, ਕਿਤੇ ਨਾ ਕਿਤੇ ਤਾਂ ਫਿਰ ਉਹ ਰਿਸਕੀ ਹੈ। ਔਰ ELD ਨੂੰ ਮੇਨ ਪੁਸ਼ ਮਿਲਣ ਦਾ ਕਾਰਨ ਕੈਨੇਡਾ ਦੇ ਵਿੱਚ, ਮੈਂ ਉਦੋਂ ਰਜਾਈਨਾ ਦੇ ਵਿੱਚ ਸੀਗਾ ਅਤੇ ਮੈਂ ਸਾਸ ਪਾਵਰ ਲਈ ਕੰਮ ਕਰਦਾ ਸੀ। ਆਈ ਰਿਮੈਂਬਰ ਕਿ ਇੱਕ ਬਹੁਤ ਵੱਡਾ ਐਕਸੀਡੈਂਟ ਹੋਇਆ ਸੀਗਾ ਹੰਬੋਲਟ ਬ੍ਰੌਂਕੋਸ, ਜਿਹਦੇ ਵਿੱਚ 40 ਹਾਕੀ ਦੇ ਬੱਚਿਆਂ ਦੀ ਮੌਤ ਹੋਈ ਸੀਗੀ, ਅਤੇ ਉਹ ਇੱਕ ਐਡਾ ਵੱਡਾ ਇਸ਼ੂ ਬਣ ਗਿਆ ਸੀਗਾ ਸੇਫਟੀ ਦਾ ਕਿ ਉਹਨਾਂ ਨੇ ਜਦੋਂ ਫਿਰ ਟਰੱਕਿੰਗ ਕੰਪਨੀਜ਼ ਦੀ ਡੀਟੇਲਸ ਦੇਖਣੀ ਸਟਾਰਟ ਕੀਤੀ ਕਿ ਐਗਜ਼ੈਕਟਲੀ ਹੋ ਕੀ ਰਿਹਾ ਇੱਥੇ ਅੰਦਰ ਹੈ ਨਾ, ਉਹ ਫਿਰ ਜਿਹੜਾ ਡਰਾਈਵਰ ਵਾਲਾ ਪੁਸ਼ ਵਾਲਾ ਜਿਹੜਾ ਐਂਗਲ ਆ ਉਹ ਬਾਹਰ ਜਦੋਂ ਆਇਆ, ਫਿਰ ELD ਪ੍ਰੈਕਟੀਕਲੀ ਜਦੋਂ ਪਾਰਲੀਮੈਂਟ ਤੱਕ ਗੱਲ ਪਹੁੰਚੀ ਅਤੇ ਫਿਰ ਸਟਾਰਟ ਹੋਈ ਸੀਗੀ ਕਿ ਨਾਓ ਇਟ ਇਜ਼ ਦਾ ਰਾਈਟ ਟਾਈਮ ਟੂ ਪੁਸ਼ ਇਟ। ਕਿਉਂਕਿ ਜਦੋਂ ਹੁਣ ਤੁਸੀਂ ਥੱਕੇ ਹੋਏ ਹੋ, ਤੁਸੀਂ ਨੀਂਦ ਤੁਹਾਨੂੰ ਆਈ ਹੋਈ ਹੈ, ਤੁਸੀਂ ਫਿਰ ਵੀ ਆਪਣੇ ਆਪ ਨਾਲ ਧੱਕਾ ਕਰ ਰਹੇ ਹੋ, ਹਾਂਜੀ, ਅਤੇ ਫਿਰ ਤੁਹਾਡੇ ਐਕਸੀਡੈਂਟ ਕਰਨ ਦੇ ਚਾਂਸਸ ਵੱਧ ਜਾਂਦੇ ਨੇ। ਹਾਂਜੀ ਜ਼ਿਆਦਾ ਨੇ, ਬਿਲਕੁਲ। ਉਹ ਜਿਹੜਾ ਹੰਬੋਲਟ ਬ੍ਰੌਂਕਸ ਵਾਲਾ ਜਿਹੜਾ ਡਰਾਈਵਰ ਸੀਗਾ, ਆਈ ਬਿਲੀਵ ਉਹਨੂੰ ਟਰੱਕ ਦਿਖਿਆ ਹੀ ਨਹੀਂ ਸੀਗਾ ਸਟਾਪ ਸਾਈਨ 'ਤੇ, ਇਟ ਵਾਜ਼ ਇੰਟਰਸੈਕਸ਼ਨ ਹਾਈਵੇ। ਦੋਨੇ ਗੱਲਾਂ ਨੇ। ਕੁਛ ਦੋਸਤਾਂ ਦੇ ਮੈਸੇਜਸ ਇਹ ਨੇ ਕਿ ਜੀ ਇਹਦੇ ਨਾਲ ਸਾਨੂੰ ਜ਼ਿਆਦਾ ਸਟ੍ਰੈਸ ਕ੍ਰੀਏਟ ਹੋ ਰਿਹਾ, ਮੇਰੇ ਖਿਆਲ ਹੈ ਵੀ ਕਿਉਂਕਿ ਪੁਰਾਣੀ ਇੱਕ ਯੂਜ਼ ਟੂ ਨਹੀਂ ਨਾ ਹੁੰਦੇ ਭਾਜੀ ਆਪਾਂ, ਇਸ ਕਰਕੇ ਉਹਨੂੰ ਟਾਈਮ ਲੱਗ ਸਕਦਾ। ਦੋਵੇਂ ਆਪਣੇ ਡਰਾਈਵਰਸ ਕਈ ਬਿਲਕੁਲ ਹੈਪੀ ਨਹੀਂ ਹੁੰਦੇ ELD ਤੋਂ, ਕਿਉਂਕਿ ਸਮਟਾਈਮਸ ਟੈਕਨੋਲੋਜੀ ਵੀ ਉਵੇਂ ਐਕਸਪੈਕਟਡਲੀ ਕੰਮ ਨਹੀਂ ਕਰਦੀ। ਔਰ ਵੈਸੇ ਹਰ ਇੰਡਸਟਰੀ 'ਚ, ਈਵਨ ਕਾਰਪੋਰੇਟ ਵਰਲਡ 'ਚ ਵੀ ਹੁੰਦਾ, ਕੋਈ ਵਰਕਰ ਜਿਹੜਾ ਹੈ ਉਹ ਤੋਂ ਐਕਸਪੈਕਟ ਕੀਤਾ ਜਾਂਦਾ ਕਿ ਜਿਹਦੀ 8 ਘੰਟੇ ਦੀ ਜੋਬ ਹੈ, ਆਪਣਾ ਕੰਮ ਉਹ 8 ਘੰਟੇ 'ਚ ਖਤਮ ਕਰਕੇ ਜਾਏ, ਉਹਦੇ ਲਈ ਉਹ 10 ਘੰਟੇ ਨਾ ਆਫਿਸ 'ਚ ਬੈਠੇ। ਬਿਲਕੁਲ ਹੈ ਨਾ। ਜੇ ਇੱਕ ਨੂੰ ਆਪਣਾ ਟਾਈਮ ਮੈਨੇਜ ਕਰਨ ਦੀ ਆਦਤ ਨਹੀਂ ਹੈ ਤਾਂ ਉਹਨੂੰ ਸ਼ੁਰੂ 'ਚ ਹੋ ਸਕਦਾ ਸਟਰਗਲ ਕਰਨੀ ਪਏ। ਬਿਲਕੁਲ, ਬਟ ਅਖੀਰ ਉਹਨਾਂ ਨੂੰ ਫਿਰ ਟਾਈਮ ਮੈਨੇਜਮੈਂਟ ਕਰਨੀ ਪੈਣੀ ਹੈ। ਇੱਥੇ ਜਾ ਕੇ ਮੈਨੂੰ ਲੱਗਦਾ ਜਿਹੜੇ ਕੈਰੀਅਰਸ ਨੇ ਜਾਂ ਕੰਪਨੀਜ਼ ਨੇ, ਉਹਨਾਂ ਦੀ ਜਿਹੜੀ ਪਲੈਨਿੰਗ ਆ ਲੋਡ ਨੂੰ ਪਿਕਅਪ ਤੋਂ ਲੈ ਕੇ ਡਰੋਪ ਆਫ ਤੱਕ ਹੈ ਨਾ, ਡਰਾਈਵਰਸ ਨੂੰ ਛੱਡ ਕੇ, ਡਰਾਈਵਰਸ ਨੂੰ ਤਾਂ ਸਾਰਾ ਕੁਛ ਫੋਨ 'ਤੇ ਮਿਲਣਾ ਚਾਹੀਦਾ ਕਿ ਤੁਸੀਂ ਇੱਥੇ ਤੱਕ ਜਾਣਾ, ਇੱਦਾਂ ਜਾਣਾ ਹੈ ਨਾ। ਬੈਕ ਐਂਡ ਆਫਿਸ ਦੇ ਉੱਤੇ ਜਿਹੜੀ ਮੈਨੇਜਮੈਂਟ ਹੈ, ਜਿਹੜੀ ਪਲੈਨਿੰਗ ਆ, ਉਹ ਸਭ ਤੋਂ ਵੱਧ ਮੈਟਰ ਕਰਦੀ ਹੈ। ਕੰਪਨੀ ਨੂੰ ਆਪਣੀ ਮੈਨੇਜਮੈਂਟ ਪ੍ਰੋਫੈਸ਼ਨਲ ਬਣਾਉਣੀ ਪਊਗੀ, ਬਹੁਤ ਜ਼ਿਆਦਾ। ਪੁਰਾਣਾ ਦੇਸੀ ਤਰੀਕਾ ਨਹੀਂ ਚੱਲੇਗਾ ਕਿ ਬਈ ਇੱਥੋਂ ਚੱਕ ਲਈ ਅਤੇ ਉੱਥੇ ਲਾ ਦੀ, ਉਹ ਕੰਮ ਨਹੀਂ ਚੱਲ ਸਕਦਾ। ਬਿਕੋਜ਼ ਯੂ ਹੈਵ ਟੂ ਪਲਾਨ ਕਿ ਉਸ ਡਰਾਈਵਰ ਦੇ ਪਹਿਲੇ ਆਵਰਸ ਤਾਂ ਦੇਖੋਗੇ ਨਾ ਤੁਸੀਂ ਬੈਠ ਕੇ, ਕਿ ਜਿਹਨੂੰ ਤੁਸੀਂ ਲੋਡ ਅਸਾਈਨ ਕਰ ਰਹੇ ਹੋ ਪਿਕਅਪ ਲਈ, ਤੁਸੀਂ ਬੈਠ ਕੇ ਦੇਖੋਗੇ ਤਾਂ ਸਹੀ ਨਾ ਕਿ ਅੱਛਾ ਉਹਦੇ ਆਵਰਸ ਖਤਮ ਹੋਏ ਹੋਏ ਆ, ਲੋਡ ਅੱਛਾ ਆਪਣੇ ਡਰੋਪ ਜਾਂ ਪਿਕਅਪ ਆਪਣੇ US ਨੂੰ ਆ, ਹੁਣ ਉਹਦੇ ਆਵਰਸ ਹੈ ਨਹੀਂ, ਹਾਊ ਯੂ ਗੋਇੰਗ ਟੂ ਸੈਂਡ ਹਿਮ ਟੂ US, ਹੀ ਇਜ਼ ਗੋਨਾ ਗੈਟ ਅ ਵਾਇਲੇਸ਼ਨ। ਸੋ ਸਾਰੇ ਦਾ ਸਾਰਾ ਸਿਸਟਮ ਚੇਂਜ ਹੋਏਗਾ ਜੇ ਸੱਚੀ ਮੁੱਚੀ ਇਹ ਇੰਪਲੀਮੈਂਟ ਹੋ ਜਾਂਦਾ। ਹਾਂਜੀ, ਤੇ ਜੇ ਇਹਨੂੰ ਮਤਲਬ ਕਿਸੇ ਤਰੀਕੇ ਨਾਲ ਇਹਨੂੰ ਫੇਲ ਕਰ ਦਿੱਤਾ ਜਾਂਦਾ ਪਲਾਨ ਨੂੰ, ਫਿਰ ਤਾਂ ਆਪਾਂ ਕਹਿ ਨਹੀਂ ਸਕਦੇ ਫੇਲ ਤਾਂ ਭਾਜੀ ਆਈ ਡੋਂਟ ਨੋ ਕਿੱਦਾਂ ਕਰ ਸਕਦੇ ਆ, ਬਟ ਮੈਨੀਪੂਲੇਸ਼ਨ ਤਾਂ ਮੈਨੂੰ ਲੱਗਦਾ ਹੈ ਕਿ ਇਟਸ ਗੋਇੰਗ ਟੂ ਬੀ ਹਾਰਡ ਫॉर ਮੋਸਟ ਆਫ ਦ ਲੱਗਦਾ ਤੁਸੀਂ ਟੈਕਨੋਲੋਜੀ ਦੇ ਬੰਦੇ ਹੋ। ਹਾਂਜੀ, ਇਹ ਮੈਨੀਪੂਲੇਸ਼ਨ ਭਾਵੇਂ ਜੋ ਆਉਣ ਵਾਲੇ ਸਮੇਂ 'ਚ ਹਾਰਡ ਹੋ ਜਾਣੀ ਹੈ ਜੀ, ਹੋਰ ਟਾਈਟ ਹੋ ਜਾਏਗੀ, ਕਿਉਂਕਿ ਕੈਨੇਡਾ 'ਚ ਗਿਣੇ ਚੁਣੇ ਕੰਪਨੀਜ਼ ਜਿਹੜੀਆਂ ਨੇ ਸਰਟੀਫਾਈ ਨੇ। US ਦੇ ਵਿੱਚ ਮੋਰ ਦੈਨ 600 ELD ਪ੍ਰੋਵਾਈਡਰਸ ਨੇ, ਅਤੇ ਕੈਨੇਡਾ 'ਚ ਅਜੇ ਤੱਕ ਮੈਨੂੰ ਲੱਗਦਾ 60-70 ਨੇ, ਔਰ ਉਹ ਗਿਣਤੀ ਸ਼ਾਇਦ ਇੱਥੇ ਤੱਕ ਹੀ ਰਵੇ। ਓਕੇ, ਹਾਂਜੀ।
ਸੋ ਕੈਨੇਡਾ 'ਚ ਕੰਪੈਰੇਟਿਵਲੀ ਤੁਹਾਨੂੰ ਥੋੜ੍ਹਾ ਜਿਹਾ ਰੂਲ ਸਖਤ ਵੀ ਲੱਗ ਰਿਹਾ? ਬਹੁਤ ਜ਼ਿਆਦਾ ਸਖਤ ਨੇ ਜੀ। ਅੱਛਾ। ELD ਸਰਟੀਫਾਈ ਹੋਣੀ ਤੇ ELD ਦੀ ਇੰਪਲੀਮੈਂਟੇਸ਼ਨ ਕੈਨੇਡਾ 'ਚ US ਨਾਲੋਂ ਹਮੇਸ਼ਾ ਟਫ ਹੀ ਰਹੀ ਹੈ ਹਜੇ ਤੱਕ, ਔਰ ਸਟ੍ਰਿਕਟ ਰਹੀ ਹੈ ਬਹੁਤ ਜ਼ਿਆਦਾ। ਪਤਾ ਨਹੀਂ ਮਤਲਬ ਇਹ ਮੈਂ ਉਂਝ ਵੀ ਦੇਖ ਰਿਹਾ ਜਿਹੜੇ ਮੈਸੇजेस ਨੇ ਸਾਰੇ ਈਵਨ ਟਰੱਕਰਸ ਵੀ ਇਸ ਚੀਜ਼ ਨੂੰ ਲਾਈਕ ਨਹੀਂ ਕਰ ਰਹੇ, ਕਿਉਂਕਿ ਉਹਨਾਂ ਨੂੰ ਵੀ ਲੱਗਦਾ ਇਹਦੇ ਨਾਲ ਉਹਨਾਂ ਦਾ ਲਾਸ ਹੋਏਗਾ, ਉਹਨਾਂ ਦੇ ਆਵਰਸ ਘਟਣਗੇ। ਬਿਲਕੁਲ ਭਾਜੀ, ਉਹੀ ਮੇਨ ਤਾਂ ਫੋਕਸ ਉਹੀ ਹੈ ਨਾ ਕਿ ਸਰਕਾਰ ਚਾਹੁੰਦੀ ਹੈ ਕਿ ਸੇਫਟੀ ਹੋਵੇ, ਡਰਾਈਵਰਸ ਚਾਹੁੰਦੇ ਅਸੀਂ ਵਾਧੂ ਡਰਾਈਵ ਕਰੀਏ, ਸਾਨੂੰ ਕੋਈ ਬੰਧਨ ਨਾ ਹੋਵੇ, ਅਤੇ ਕੈਰੀਅਰਸ ਚਾਹੁੰਦੇ ਨੇ ਕਿ ਅਸੀਂ ਸਾਨੂੰ ਜੇ ਸਾਨੂੰ ਕੈਸ਼ ਫਲੋ ਵਧੀਆ ਤਰੀਕੇ ਨਾਲ ਆ ਰਿਹਾ ਤਾਂ ਅਸੀਂ ਡਰਾਈਵਰਸ ਨੂੰ ਪੇ ਕਰੀਏ, ਹੈ ਨਾ। ਹੁਣ ਕੈਰੀਅਰਸ ਜੇ ਆਪ ਬਾਉਂਡਡ ਹੋ ਜਾਂਦੇ ਨੇ, ਉਹਨਾਂ ਦਾ ਆਪਣੇ ਓਵਰਆਲ ਬਿਜ਼ਨਸ ਘਟਦਾ ਤਾਂ ਡਰਾਈਵਰ ਦੀ ਜਿਹੜੇ ਕੈਰੀਅਰਸ ਨੇ ਉਹਨੂੰ ਤਾਂ ਆਪਾਂ ਇਸ ਐਂਗਲ ਤੋਂ ਵੀ ਦੇਖ ਸਕਦੇ ਹਾਂ, ਜਿਹੜੀਆਂ ਕੰਪਨੀ ਦੀ ਇੱਕ ਟੈਂਡੈਂਸੀ ਹੁੰਦੀ ਹੈ ਚੀਪ ਲੇਬਰ, ਉਹਨਾਂ ਦਾ ਜੇ ਖਰਚਾ ਬਚਦਾ, ਉਹਨਾਂ ਦੀ ਤਾਂ ਟੈਂਡੈਂਸੀ ਉਸੇ ਚੀਜ਼ ਹੋਏਗੀ ਨਾ। ਵਰਕਰ ਦੇ ਰਾਈਟਸ ਜਾਂ ਵਰਕਰ ਦੀ ਪ੍ਰੋਟੈਕਸ਼ਨ ਜਾਂ ਵਰਕਰ ਦੀ ਹੈਲਥ ਤਾਂ ਉਹਨਾਂ ਦਾ ਕੰਸਰਨ ਨਹੀਂ ਹੁੰਦਾ ਅਕਸਰ। ਹਾਂਜੀ, ਇਹ ਤਾਂ ਮਤਲਬ ਜਦੋਂ ਦੇ ਇਹ ਕਾਨੂੰਨ ਬਣੇ ਨੇ, ਜਦੋਂ ਦੀ ਇਹ ਯੂਨੀਅਨਸ ਬਣੀਆਂ ਨੇ, ਉਹਨਾਂ ਨਾਲ ਮਾੜਾ ਮੋਟਾ ਵਰਕਰਸ ਦੇ ਰਾਈਟ ਪ੍ਰੋਟੈਕਟ ਕੀਤੇ ਗਏ ਨੇ, ਤੇ ਕੰਪਨੀਜ਼ ਉਹਨਾਂ ਨੂੰ ਇੱਕ ਕੱਚਾ ਮਾਲ ਹੀ ਸਮਝਦੀਆਂ ਨੇ। ਹਾਂਜੀ, ਹਜੇ ਤੱਕ ਤਾਂ ਮੈਨੂੰ ਲੱਗਦਾ ਕੰਪਨੀਜ਼ ਨੇ ਡਰਾਈਵਰ ਇੰਕ ਵਾਲੇ ਮਾਡਲ ਵਾਲੇ ਪਾਸੇ ਹੀ ਡਰਾਈਵਰਸ ਨੂੰ ਜ਼ਿਆਦਾ ਪ੍ਰੋਫਿਟ ਦਿਖਾਉਣ ਦੀ ਕੋਸ਼ਿਸ਼ ਕੀਤੀ। ਇਹਦੇ ਨਾਲ ਜਿਹੜਾ ਡਰਾਈਵਰ ਇੰਕ ਮਾਡਲ ਹੈ ਅਲਟੀਮੇਟਲੀ ਉਹਦਾ ਵੀ ਨੁਕਸਾਨ ਹੋਏਗਾ, ਮਤਲਬ ਡਿਸਕਰੇਜ ਹੋਏਗਾ। ਹਾਂਜੀ, ਕਿਉਂਕਿ ਡਰਾਈਵਰਸ ਨੂੰ ਜੇ ਪੇਮੈਂਟ ਜ਼ਿਆਦਾ ਵਧੀਆ ਨਹੀਂ ਮਿਲ ਰਹੀ ਜ਼ਿਆਦਾ ਮਾਈਲਸ ਡਰਾਈਵ ਕਰਨ ਦੇ ਨਾਲ, ਫਿਰ ਡਰਾਈਵਰਸ ਆਪ ਚਾਹੁੰਣਗੇ ਵੀ ਯਾਰ ਅਸੀਂ ਆਵਰਲੀ ਵੇਜ 'ਤੇ ਕੰਮ ਕਰ ਲਈਏ। ਜੇ ਅਸੀਂ ELD ਦੇ ਹਿਸਾਬ ਨਾਲ ਘੰਟੇ ਨਾਲ ਹੀ ਕੰਮ ਕਰਨਾ ਹੈ, ਤਾਂ ਜੇ ਸਾਨੂੰ ਘੰਟੇ ਦਾ ਹੀ ਵਧੀਆ ਪੇਮੈਂਟ ਹੋ ਜਾਵੇ ਦੈਨ ਵੀ ਡੋਂਟ ਹੈਵ ਟੂ ਵਰੀ ਅਬਾਊਟ ਐਵਰੀਥਿੰਗ ਐਲਸ, ਹੈ ਨਾ। ਫਿਰ ਸਾਨੂੰ ਕੀ ਲੋੜ, ਜਿੰਨੇ ਫਿਰ ਘੰਟੇ ਸਾਨੂੰ ਮਿਲ ਰਹੇ ਬਲੌਗ ਬੁੱਕ ਦਿਖਾਉਂਦੀ, ਅਸੀਂ ਉਨਾ ਹੀ ਡਰਾਈਵ ਕਰਾਂਗੇ। ਅਸੀਂ ਜ਼ਰੂਰ ਆਪਣਾ ਐਵੇਂ ਤੰਗ ਕਰਨਾ, ਬਲਕਿ ਸਾਨੂੰ ਹੋਰ ਬੈਨੀਫਿਟਸ ਮਿਲਣਗੇ। ਬਿਲਕੁਲ, ਨਾਲ ਹੋਰ ਬੈਨੀਫਿਟਸ ਮਿਲਣਗੇ। ਬਿਲਕੁਲ, ਯੈਸ। ਸੋ ਇਸ ਤਰ੍ਹਾਂ ਮਤਲਬ ਇਹਦੇ 'ਚ ਵੱਡੀ ਚੇਂਜ ਦੇ, ਜਿਵੇਂ ਕਹਿੰਦੇ ਨੇ ਵੀ ਸੀਡਸ, ਬੀਜ ਨੇ। ਹਾਂਜੀ, ਜੇ ਸੱਚੀ ਮੁੱਚੀ ਇਹ ਲਾਗੂ ਹੋ ਗਿਆ ਤਾਂ ਬੜੀ ਵੱਡੀ ਚੇਂਜ ਟਰੱਕਿੰਗ ਇੰਡਸਟਰੀ 'ਚ ਆਉਣ ਵਾਲੇ ਸਾਲਾਂ 'ਚ ਹੋ ਸਕਦੀ ਹੈ ਜੀ। ਬਿਲਕੁਲ, ਬਹੁਤ ਸ਼ੁਕਰੀਆ ਜੀ ਤੁਹਾਡਾ। ਥੈਂਕ ਯੂ ਪਰਮਵੀਰ ਜੀ। ਥੈਂਕ ਯੂ ਭਾਜੀ, ਥੈਂਕ ਯੂ ਸੋ ਮਚ।